जय हिंद किसान दोस्तों, प्रोग्राम किसान वाणी च स्वागत। अज का प्रोग्राम लैके मैं प्रितपाल माहौराणा। अज दे इस प्रोग्राम च असीं पहुंचे हाँ कृषि विज्ञान केंद्र रौणी पटियाला। इत्थे बी कीपिंग शायद मक्खी जिहड़ी है मधुमक्खी पालन ते ट्रेनिंग चल रही है। साडे नाल ने डॉक्टर हरदीप सिंह सपीखी, उन्हां तो जाणांगे कि इस सहायक धंधे दियां की बारीकियां ने, की नुकते ने, क्योंकि ट्रेनिंग चल रही है। इत्थे बहुत सारे इन्हां दे विद्यार्थी भी पहुंचे हुए ने, उन्हां नाल भी तुहाडी गलबात करवावांगे। सब तो पहला डॉक्टर सपीखी जी, बहुत बहुत स्वागत किसान वाणी प्रोग्राम च। धन्यवाद जी। डॉक्टर साहब, ट्रेनिंग चल रही है शायद उत्पादन ते जी हुण गल करिए, जदों असीं पिंडां 'च गल करदे हां किन्नी मर्जी ट्रेनिंग दे लो, कोई भी सहायक धंधਿਆਂ ते ਵੱਖ-ਵੱਖ ਗੱਲਾਂ ਬਾਤਾਂ ਕਰ ਲਈਏ, जी ਬਜ਼ੁਰਗ ਆਮ ਤੌਰ ਤੇ ਇੱਕੋ ਗੱਲ ਕਹਿੰਦੇ ਹੁੰਦੇ ਆ ਜੀ, ਜੇਕਰ ਇਹ ਅਪਣਾਇਆ ਜਾਵੇ ਇਹਦੇ ਵਿੱਚ ਕੁਝ ਬਚਦਾ, ਕੁਝ ਇਨਕਮ 'ਚ ਫਾਇਦਾ ਹੁੰਦਾ। ਕੀ ਕਹਿਣਾ ਚਾਹੋਗੇ? जी बिल्कुल। मधुमक्खी पालन का धंधा एक ਇਹੋ ਜਿਹਾ ਧੰਦਾ ਹੈ ਜੀ ਕਿ ਇਹਦੇ ਵਿੱਚ ਬਚਦਾ ਵੀ ਹੈ ਔਰ ਬਹੁਤ ਛੇਤੀ ਜਿਹੜਾ ਹੈ ਮੁਨਾਫਾ ਜਿਹੜਾ ਕਮਾਉਣਾ ਜਿਹੜਾ ਬੀਕੀਪਰ ਇੱਕ ਸ਼ੁਰੂ ਕਰ ਸਕਦਾ ਜੇ ਉਹ ਵਿਗਿਆਨਕ ਤੌਰ ਤੇ ਬੀਕੀਪਿੰਗ ਕਰਦਾ ਹੈ। ਟ੍ਰੇਨਿੰਗ ਲੈਣ ਤੋਂ ਬਾਅਦ ਜਿਹੜੀ ਮਧੂਮੱਖੀ ਪਾਲਣ ਸਟਾਰਟ ਕਰਦਾ ਹੈ ਤਾਂ ਉਹ ਬੜੀ ਛੇਤੀ ਜਿਹੜਾ ਹੈ ਉਹ ਆਪਣਾ ਜਿਹੜਾ ਖਰਚਾ ਕੀਤਾ ਉਹਦਾ ਮੁੱਲ ਪੂਰਾ ਕਰਕੇ ਤੇ ਆਪਣੇ ਇਸ ਧੰਦੇ ਨੂੰ ਮੁਨਾਫੇ ਦੇ ਵਿੱਚ ਤਬਦੀਲ ਕਰ ਸਕਦਾ। ਤੇ ਬਾਕੀ ਕਿਉਂਕਿ ਇੱਕ ਇਹੋ ਜਿਹਾ ਧੰਦਾ ਹੈ ਜਿਹਦੇ ਵਿੱਚ ਨਾ ਤਾਂ ਜ਼ਿਆਦਾ ਜ਼ੋਰ ਲੱਗਦਾ, ਨਾ ਜ਼ਿਆਦਾ ਇਹਦੇ ਵਾਸਤੇ ਸਮਾਂ ਲੱਗਦਾ। ਅੱਛਾ, ਇਹਦੇ ਵਾਸਤੇ ਕੋਈ ਅਸੀਂ ਖੁਰਲੀ ਨਹੀਂ ਬਣਾਉਣੀ, ਕੋਈ ਪੱਕਾ ਸ਼ੈੱਡ ਨਹੀਂ ਬਣਾਉਣਾ, ਕੋਈ ਸਾਨੂੰ ਇਹੋ ਜਿਹੀ ਮਿਹਨਤ ਕਰਨ ਦੀ, ਕੋਈ ਖਰਚਾ ਕਰਨ ਦੀ ਲੋੜ ਨਹੀਂ। ਆਪਾਂ ਦੇਖਿਆ ਵੀ ਨਹਿਰਾਂ ਦੇ ਕੰਢੇ 'ਤੇ ਵੀ ਮਧੂਮੱਖੀਆਂ ਦੇ ਬਕਸੇ ਪਏ ਹੁੰਦੇ ਆ, ਸਾਡੇ ਸੜਕ ਦੇ ਕੰਢੇ 'ਤੇ ਵੀ ਪਏ ਹੁੰਦੇ, ਖੇਤਾਂ ਦੇ ਵਿੱਚ ਵੀ ਪਏ ਹੁੰਦੇ ਆ। ਅਸੀਂ ਸਿਰਫ ਇਹੋ ਜਿਹੀ ਜਗ੍ਹਾ 'ਤੇ ਪਹਿਲਾਂ ਚੰਗੇ ਰਵੇ ਦੀ ਮੱਖੀ ਖਰੀਦ ਕੇ ਤੇ ਉਹਨੂੰ ਇਹੋ ਜਿਹੀ ਜਗ੍ਹਾ 'ਤੇ ਰੱਖ ਲੈਣਾ ਜਿੱਥੇ 3 ਕਿਲੋਮੀਟਰ ਦੇ ਘੇਰੇ ਦੇ ਵਿੱਚ ਅਲੱਗ-ਅਲੱਗ ਫੁੱਲ ਫੁਲਾਕੇ ਮੱਖੀਆਂ ਨੂੰ ਮਿਲ ਜਾਂਦੇ ਆ ਤੇ ਉਹ ਅਸੀਂ ਜਿਹੜਾ ਹੈ ਉਹਦੇ ਨਾਲ ਬੀ ਕੀਪਿੰਗ ਸਾਡੀ ਸਟਾਰਟ ਹੋ ਜਾਂਦੀ ਹੈ। ਔਰ ਇਨੀਸ਼ੀਅਲੀ ਵੀ ਜਿਹੜਾ ਸਟਾਰਟਿੰਗ ਦੇ ਵਿੱਚ ਵੀ ਇਹਦੇ 'ਚ ਖਰਚਾ ਜਿਹੜਾ ਕੋਈ ਖਾਸ ਨਹੀਂ ਹੈ। ਜੇ 10 ਕੁਟੁੰਬਾਂ ਤੋਂ ਇੱਕ ਬੀ ਕੀਪਰ ਕੰਮ ਸਟਾਰਟ ਕਰਦਾ ਤਕਰੀਬਨ 40-50 ਹਜ਼ਾਰ ਰੁਪਏ ਇਨਵੈਸਟ ਕਰਕੇ ਉਹ ਸਟਾਰਟ ਕਰ ਸਕਦਾ ਤੇ ਕੁਝ ਹੀ ਸਮੇਂ ਦੇ ਵਿੱਚ ਉਹ ਜਿਹੜਾ ਹੈ ਕੁਟੁੰਬ ਆਪਣਾ ਮੁੱਲ ਮੋੜ ਦਿੰਦੇ ਨੇ ਔਰ ਉਹਨਾਂ ਤੋਂ ਹੋਰ ਕੁਟੁੰਬ ਵੀ ਜਿਹੜੇ ਹੈ ਬਣਦੇ ਨੇ। ਉਹਦੇ ਨਾਲ ਉਹਨਾਂ ਦੇ ਮੱਖੀ ਫਾਰਮ ਦੇ ਵਿੱਚ ਵੀ ਵਾਧਾ ਹੁੰਦਾ ਔਰ ਸ਼ਹਿਦ ਵੇਚ ਕੇ ਮੱਖੀਆਂ ਦਾ ਵਪਾਰ ਕਰਕੇ, ਪੋਲਣ ਦਾ ਵਪਾਰ ਕਰਕੇ ਔਰ ਹੋਰ ਮੱਖੀ ਦੇ ਕਿੰਨੇ ਉਤਪਾਦ ਨੇ ਜਿਨ੍ਹਾਂ ਦਾ ਵਪਾਰ ਕਰਕੇ ਬੀਕੀਪਰ ਹੈ ਜਿਹੜਾ ਉਹ ਬਹੁਤ ਮੁਨਾਫਾ ਜਿਹੜਾ ਕਮਾ ਸਕਦਾ ਜੀ। ਜੀ ਡਾਕਟਰ ਸਾਹਿਬ, ਹੁਣ ਸਟੂਡੈਂਟ ਵੀ ਵੱਡੀ ਗਿਣਤੀ 'ਚ ਆਏ ਹੋਏ ਨੇ, ਵੱਖ-ਵੱਖ ਪਿੰਡਾਂ ਤੋਂ ਵੀ ਆਏ ਨੇ, ਸ਼ਹਿਰਾਂ ਤੋਂ ਵੀ ਆਏ ਨੇ। ਜੇਕਰ ਆਪਾਂ ਦੇਖੀਏ ਲੋਕਾਂ ਦਾ ਜਿਹੜਾ ਇੰਟਰਸਟ ਹੈ ਉਹ ਜੀ ਸਿਟੀ ਤੋਂ ਜ਼ਿਆਦਾ, ਪਿੰਡਾਂ ਤੋਂ ਜ਼ਿਆਦਾ, ਫਿਰ ਉਹਨੂੰ ਕਿੰਨੀ ਕੁ ਘੱਟੋ ਘੱਟ ਇਨਵੈਸਟਮੈਂਟ ਹੈ ਜਿਹੜੀ ਕਰਨੀ ਪੈਂਦੀ ਆ? ਦੇਖੋ, ਇੰਟਰਸਟ ਸਾਡੇ ਕੋਲੇ ਜਿਹੜੇ ਆਉਂਦੇ ਨੇ ਵਿਦਿਆਰਥੀ ਉਹ ਜ਼ਿੰਦਗੀ ਦੇ ਹਰ ਇੱਕ ਮੈਦਾਨ ਦੇ ਵਿੱਚੋਂ ਆਉਂਦੇ ਨੇ। ਸ਼ਹਿਰਾਂ ਦੇ ਵੀ ਸਾਡੇ ਕੋਲ ਬਹੁਤ ਸਾਰੇ ਵਿਦਿਆਰਥੀ ਆਉਂਦੇ ਨੇ, ਪਿੰਡਾਂ ਦੇ ਵਿੱਚ ਤਾਂ ਚਲੋ ਇੰਟਰਸਟ ਹੈਗਾ ਹੀ ਹੈ। ਖਾਸ ਤੌਰ 'ਤੇ ਕੁਝ ਪਿੰਡ ਸਾਡੇ ਪਟਿਆਲੇ ਦੇ ਵਿੱਚ ਇਹੋ ਜਿਹੇ ਡਿਵੈਲਪ ਹੋ ਰਹੇ ਨੇ ਜਿਹੜੇ ਕਿ ਖਾਸ ਤੌਰ 'ਤੇ ਮੱਖੀ ਪਾਲਣ ਵਾਸਤੇ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਬਹੁਤ ਸਾਰੇ ਲੋਕ ਹੈ ਜਿਹੜੇ ਸਾਡੇ ਤੋਂ ਟ੍ਰੇਨਿੰਗ ਲੈ ਕੇ ਜਾਂਦੇ ਨੇ। ਔਰ ਜਿਹੜੀ ਇਨੀਸ਼ੀਅਲ ਇਨਵੈਸਟਮੈਂਟ ਦੀ ਤੁਸੀਂ ਗੱਲ ਕੀਤੀ ਆ ਤਾਂ ਮੈਂ ਅਕਸਰ ਕਹਿੰਦਾ ਹੁੰਦਾ ਕਿ ਆਪਾਂ ਨੂੰ ਜਦੋਂ ਕੋਈ ਨਵਾਂ ਧੰਦਾ ਸਟਾਰਟ ਕਰਨਾ ਤਾਂ ਬਹੁਤ ਵੱਡੀ ਪੁਲਾਂਘ ਸ਼ੁਰੂ ਦੇ ਵਿੱਚ ਨਹੀਂ ਪੱਟਣੀ ਚਾਹੀਦੀ। ਤਾਂ ਇਹਦੇ ਵਿੱਚ ਵੀ ਸਟਾਰਟਿੰਗ ਦੇ ਵਿੱਚ ਜੇ 10-15 ਕੁਟੁੰਬ ਲੈ ਕੇ ਬੀ ਕੀਪਰ ਸਟਾਰਟ ਕਰਦਾ ਹੈ ਔਰ ਘੱਟੋ ਘੱਟ ਇੱਕ ਚੰਗੀ ਰੁੱਤ, ਇੱਕ ਮਾੜੀ ਰੁੱਤ ਉਹ ਆਪਣੇ ਹੱਥਾਂ ਦੇ ਨਾਲ ਕੱਢ ਲੈਂਦਾ ਤਾਂ ਉਸ ਤੋਂ ਬਾਅਦ ਫਿਰ ਉਹ ਜਿਹੜਾ ਆਪਣਾ ਬੀ ਕੀਪਿੰਗ ਯੂਨਿਟ ਵਧਾ ਸਕਦਾ, ਜਿੰਨੀ ਮਰਜ਼ੀ ਉਹਦੇ ਵਿੱਚ ਕੁਟੁੰਬਾਂ ਦੇ ਵਿੱਚ ਵਾਧਾ ਕਰ ਸਕਦਾ। ਸਰਕਾਰ ਤੋਂ ਸਬਸਿਡੀ ਵੀ ਮਿਲਦੀ ਹੈ ਇਸ ਚੀਜ਼ ਵਾਸਤੇ, ਲੋਨ ਵੀ ਮਿਲਦਾ। ਪਰ ਸਟਾਰਟਿੰਗ ਦੇ ਵਿੱਚ ਜੇ 10-15 ਕੁਟੁੰਬ ਤੋਂ ਸਟਾਰਟ ਕਰਦਾ ਤਕਰੀਬਨ 40-50 ਹਜ਼ਾਰ ਰੁਪਏ ਦੇ ਵਿੱਚ ਉਹ ਆਪਣਾ ਇੱਕ ਨਵਾਂ ਧੰਦਾ ਸਟਾਰਟ ਕਰ ਸਕਦਾ ਔਰ ਉਹਦੇ ਤੋਂ ਜਿਹੜਾ ਹੈ ਉਹ ਮੁਨਾਫਾ ਲੈਣਾ ਬੜੀ ਛੇਤੀ ਉਹਨੂੰ ਮੁਨਾਫਾ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਸ਼ਹਿਦ ਨਿਕਲਣਾ ਸ਼ੁਰੂ ਹੋਇਆ ਉਦੋਂ ਹੀ ਬੀ ਕੀਪਰ ਨੂੰ ਜਿਹੜਾ ਉਹਦੇ ਵਿੱਚੋਂ ਮੁੱਲ ਮੁੜਨਾ ਸ਼ੁਰੂ ਹੋ ਜਾਂਦਾ ਜੀ। ਡਾਕਟਰ ਸਾਹਿਬ, ਤੁਸੀਂ ਮੌਸਮ ਦਾ ਜ਼ਿਕਰ ਕੀਤਾ, ਇਹਨੂੰ ਸ਼ੁਰੂ ਕਰਨ ਲਈ ਕੀ ਕੋਈ ਖਾਸ ਮੌਸਮ ਹੁੰਦਾ? ਮੌਸਮ ਜੇਕਰ ਜ਼ਿਆਦਾ ਖਰਾਬ ਹੁੰਦਾ, ਬਦਲਦਾ, ਉਹਦਾ ਕਿੰਨਾ ਕੁ ਇਫੈਕਟ ਪੈਂਦਾ? ਉੱਥੇ ਕਿੰਨੀ ਕੁ ਜ਼ਿੰਮੇਵਾਰੀ ਵੱਧ ਜਾਂਦੀ ਆ ਬੀ ਕੀਪਰ ਦੀ? ਜੀ ਬਿਲਕੁਲ। ਮੱਖੀ ਪਾਲਣ ਦਾ ਧੰਦਾ ਜੇ ਸਟਾਰਟ ਕਰਨਾ ਤਾਂ ਇਹਦੇ ਵਾਸਤੇ 2 ਰੁੱਤਾਂ ਜਿਹੜੀਆਂ ਉਹ ਮੁੱਖ ਤੌਰ 'ਤੇ ਸੂਟੇਬਲ ਹੁੰਦੀਆਂ ਨੇ। ਉਹਦੇ ਵਿੱਚ ਪਹਿਲੀ ਰੁੱਤ ਜਿਹੜਾ ਅੱਜ ਕੱਲ੍ਹ ਜਿਵੇਂ ਮੌਸਮ ਚੱਲ ਰਿਹਾ ਬਸੰਤ ਤੋਂ ਸਟਾਰਟ ਹੋ ਕੇ ਗਰਮੀ ਤੱਕ ਜਿਹੜਾ ਮੌਸਮ ਹੈ, ਸਭ ਤੋਂ ਪਹਿਲਾਂ ਸਖਾਵਾਂ ਮੌਸਮ ਬੀ ਕੀਪਰਾਂ ਵਾਸਤੇ ਉਹ ਹੁੰਦਾ। ਤਾਂ ਇਹਦੀ ਸਟਾਰਟਿੰਗ ਦੇ ਵਿੱਚ ਯਾਨੀ ਕਿ ਫਰਵਰੀ-ਮਾਰਚ ਦੇ ਵਿੱਚ ਬੀ ਕੀਪਰ ਆਪਣਾ ਧੰਦਾ ਸਟਾਰਟ ਕਰ ਸਕਦਾ। ਦੂਸਰਾ ਜਿਹੜਾ ਮੌਸਮ ਵਧੀਆ ਇਹਦੇ ਵਾਸਤੇ ਮੰਨਿਆ ਜਾਂਦਾ ਜਦੋਂ ਬਰਸਾਤਾਂ ਖਤਮ ਹੋ ਜਾਂਦੀ ਹੈ, ਜਦੋਂ ਪੱਤਝੜ ਦਾ ਮੌਸਮ ਆ ਜਾਂਦਾ, ਉਹ ਮੌਸਮ ਵੀ ਹੈ ਜਿਹੜਾ ਇਹਦੇ ਵਾਸਤੇ ਚੰਗਾ ਮੰਨਿਆ ਜਾਂਦਾ ਕਿਉਂਕਿ ਇਹਨਾਂ ਦੋਨਾਂ ਰੁੱਤਾਂ ਦੇ ਵਿੱਚ ਹੀ ਇੱਕ ਤਾਂ ਟੈਂਪਰੇਚਰ, ਤਾਪਮਾਨ ਹੈ ਜਿਹੜਾ ਸੁਖਾਵਾਂ ਹੁੰਦਾ, ਨਾ ਜ਼ਿਆਦਾ ਗਰਮੀ ਹੁੰਦੀ ਹੈ ਨਾ ਜ਼ਿਆਦਾ ਸਰਦੀ ਹੁੰਦੀ ਹੈ। ਦੂਜੀ ਗੱਲ, ਫੁੱਲ ਫੁਲਾਕਾ ਬਹੁਤਾਤ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਂਦਾ ਦੋਨਾਂ ਰੁੱਤਾਂ ਦੇ ਵਿੱਚ ਹੀ। ਔਰ ਤੀਸਰਾ ਕਿ ਦਿਨ ਦੀ ਲੰਬਾਈ ਹੈ ਜਿਹੜੀ ਉਹ ਆਪਟੀਮਮ ਹੋਣ ਕਰਕੇ, ਦਿਨ ਲੰਬੇ ਹੋਣ ਕਰਕੇ ਮੱਖੀਆਂ ਜ਼ਿਆਦਾ ਦੇਰ ਤੱਕ ਕੰਮ ਹੈ ਜਿਹੜਾ ਕਰ ਸਕਦੀਆਂ। ਔਰ ਕੁਟੁੰਬ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਤਾਂ
ਨਵੇਂ ਰਾਣੀ ਸੈੱਲ ਪੈਦਾ ਹੋਣੇ, ਡਰੋਨ ਬਰੂਡ ਪੈਦਾ ਹੋਣਾ ਔਰ ਹੋਰ ਵੀ ਜਿਹੜੀਆਂ ਮੱਖੀਆਂ ਦੇ ਆਂਡਿਆਂ ਦੇ ਵਿੱਚ, ਸੁੰਡੀਆਂ ਦੇ ਵਿੱਚ ਵਾਧਾ ਜਿਹੜਾ ਉਹ ਇਹਨਾਂ ਰੁੱਤਾਂ ਦੇ ਵਿੱਚ ਹੀ ਜ਼ਿਆਦਾ ਹੁੰਦਾ। ਜਿਹੜਾ ਦੂਜਾ ਸਵਾਲ ਤੁਸੀਂ ਪੁੱਛਿਆ ਵੀ ਮੌਸਮ ਦਾ ਕਿੰਨਾ ਕੁ ਇਫੈਕਟ ਹੁੰਦਾ, ਤਾਂ ਬਿਲਕੁਲ ਮੌਸਮ ਦਾ ਮੱਖੀ ਪਾਲਣ ਦੇ ਧੰਦੇ ਤੇ ਬਹੁਤ ਇਫੈਕਟ ਹੁੰਦਾ। ਖਾਸ ਤੌਰ ਤੇ ਜਿਵੇਂ ਬਰਸਾਤਾਂ ਦਾ ਮੌਸਮ ਹੈ ਜਾਂ ਸਰਦੀ ਜਦੋਂ ਕੋਰਾ ਪੈਂਦਾ ਜਾਂ ਧੁੰਦਾਂ ਪੈਂਦੀਆਂ, ਤਾਂ ਉਹਨਾਂ ਦਿਨਾਂ ਦੇ ਵਿੱਚ ਮੱਖੀਆਂ ਜਿਹੜੀਆਂ ਹੈ ਬਹੁਤ ਪ੍ਰਭਾਵਿਤ ਹੁੰਦੀਆਂ ਔਰ ਉਹਨਾਂ ਦਿਨਾਂ ਵਿੱਚ ਕੁਦਰਤੀ ਤੌਰ ਤੇ ਬੀ ਕੀਪਰ ਦੀ ਜਿਹੜੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਉਹ ਉਹਨਾਂ ਖਾਸ ਦਿਨਾਂ 'ਚ ਮੱਖੀਆਂ ਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਬੀ ਕੀਪਰ ਉਹਨਾਂ ਨੂੰ ਜਿਹੜਾ ਹੈ ਉਹਨਾਂ ਵਾਸਤੇ ਮੁਹੱਈਆ ਕਰਾਵੇ, ਤਾਂ ਕਿ ਮੱਖੀਆਂ ਨੂੰ ਆਪਣਾ ਜਿਹੜਾ ਜ਼ਿਆਦਾ ਸਮਾਂ ਜਿਹੜਾ ਹੈ ਉਹ ਉਹਨਾਂ ਚੀਜ਼ਾਂ ਦੀ ਭਾਲ ਦੇ ਵਿੱਚ ਹੀ ਜਿਹੜਾ ਨਾ ਆਪਣਾ ਵੇਸਟ ਕਰਨਾ ਪਵੇ। ਔਰ ਮੱਖੀਆਂ ਜਿੰਨਾ ਵੀ ਕੰਮ ਕਰਦੀਆਂ ਉਹ ਸ਼ਹਿਦ ਲਿਆਉਣ ਦੇ ਉੱਤੇ ਔਰ ਆਪਣੇ ਵਾਧਾ ਕਰਨ ਦੇ ਉੱਤੇ ਉਹਦੇ 'ਤੇ ਸ਼ਕਤੀ ਹੈ ਜਿਹੜਾ ਮੱਖੀਆਂ ਲਾਉਣ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਇਹਨਾਂ ਦੀ ਟ੍ਰੇਨਿੰਗ ਕਰ ਰਹੇ ਹੋ, ਜੀ। ਕਿੰਨੇ ਕੁ ਦਿਨਾਂ ਦੀ ਟ੍ਰੇਨਿੰਗ ਹੈ ਤੇ ਉਹਦੇ ਵਿੱਚ ਕੀ ਕੁਝ ਸ਼ਾਮਿਲ ਹੈ? ਜੇਕਰ ਲੈਕਚਰ ਹੈ ਉਹਦੇ ਵਿੱਚ ਕਿਹੜੀ ਜਾਣਕਾਰੀ ਦਿੱਤੀ ਗਈ, ਪ੍ਰੈਕਟੀਕਲ ਦੇ ਵਿੱਚ ਕੀ ਕੁਝ ਹੁੰਦਾ ਹੈ? ਜੀ ਦੇਖੋ ਜੀ, ਇਹ ਜਿਹੜੀ ਸਾਡੀ ਹੈਗੀ ਹੈ ਇਹ ਮਧੂਮੱਖੀ ਪਾਲਣ ਦਾ ਮੁੱਢਲਾ ਕਿੱਤਾ ਮੁਖੀ ਸਿਖਲਾਈ ਕੋਰਸ ਹੈ। ਇਹਦੇ ਵਿੱਚ ਅਸੀਂ ਬੇਸਿਕ ਟ੍ਰੇਨਿੰਗ ਹੁੰਦੀ ਹੈ, 5 ਦਿਨਾਂ ਦੀ ਸਿਖਲਾਈ ਅਸੀਂ ਦਿੰਦੇ ਹਾਂ ਔਰ ਮੁੱਖ ਤੌਰ ਤੇ ਇਹਦੇ ਵਿੱਚ ਸਾਡੇ ਕੋਲ ਉਹ ਬੀਕੀਪਰ ਆਉਂਦੇ ਨੇ ਜਿਹੜੇ ਜਾਂ ਤਾਂ ਹਜੇ ਬਿਲਕੁਲ ਹੀ ਨਵੇਂ ਨੇ, ਜਿਨ੍ਹਾਂ ਨੂੰ ਮੱਖੀ ਪਾਲਣ ਬਾਰੇ ਬਿਲਕੁਲ ਨਹੀਂ ਪਤਾ, ਜਾਂ ਫਿਰ ਉਹ ਬੀਕੀਪਰ ਜਿਹੜੇ ਹਜੇ ਛੋਟੇ ਪੈਮਾਨੇ ਤੇ ਕੰਮ ਕਰ ਰਹੇ ਨੇ ਤੇ ਸਾਡੀ ਟ੍ਰੇਨਿੰਗ ਉਹਨਾਂ ਨੇ ਨਹੀਂ ਲਈ ਹੋਈ, ਤਾਂ ਹੁਣ ਇੱਥੋਂ ਸਿਖਲਾਈ ਲੈ ਕੇ ਫਿਰ ਉਹ ਆਪਣੇ ਕੰਮ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ। ਤਾਂ ਇਸ ਸਿਖਲਾਈ ਦੇ ਵਿੱਚ ਅਸੀਂ ਊੜੇ ਐੜੇ ਤੋਂ ਸਟਾਰਟ ਕਰਦੇ, ਯਾਨੀ ਕਿ ਮੱਖੀਆਂ ਦੀ ਮੁੱਢਲੀ ਜਾਣਕਾਰੀ ਤੋਂ ਲੈ ਕੇ ਵੀ ਮੱਖੀਆਂ ਦੀ ਸਰੀਰ ਦੀ ਬਣਤਰ ਕੀ ਹੁੰਦੀ ਹੈ, ਕਿੰਨੇ ਕਿਸਮਾਂ ਦੀਆਂ ਮੱਖੀਆਂ ਹੁੰਦੀਆਂ, ਮੱਖੀਆਂ ਦੇ ਜੀਵਨ ਦੀਆਂ ਸਟੇਜਾਂ ਕਿਹੜੀਆਂ-ਕਿਹੜੀਆਂ ਹੁੰਦੀਆਂ, ਉਹਨਾਂ ਦੀਆਂ ਜਾਤਾਂ ਕਿਹੜੀਆਂ-ਕਿਹੜੀਆਂ ਹੁੰਦੀਆਂ, ਤੇ ਉਸ ਤੋਂ ਬਾਅਦ ਇਹਨਾਂ ਦੀ ਮੌਸਮੀ ਸਾਂਭ ਸੰਭਾਲ ਕਿਵੇਂ ਕਰਨੀ ਹੈ, ਅਲੱਗ-ਅਲੱਗ ਰੁੱਤਾਂ ਦੇ ਵਿੱਚ ਕੀ ਆਪਾਂ ਨੂੰ ਉਪਰਾਲੇ ਕਰਨੇ ਪੈਂਦੇ ਆ ਆਪਣੇ ਮਧੂਮੱਖੀ ਫਾਰਮ ਦੇ ਵਿੱਚ, ਤੇ ਉਸ ਤੋਂ ਨਾਲ ਮੱਖੀਆਂ ਤੋਂ ਜਿਹੜੇ ਉਤਪਾਦ ਮਿਲਦੇ ਨੇ ਉਹ ਕਿਵੇਂ ਲੈਣੇ ਨੇ, ਕਿਹੜੇ ਉਤਪਾਦ ਨੇ, ਔਰ ਇਹਦੇ ਨਾਲ ਹੀ ਜਿਹੜੀ ਹੈ ਮੱਖੀਆਂ ਨੂੰ ਹੋਣ ਵਾਲੇ ਜਿਹੜੇ ਬਿਮਾਰੀਆਂ ਜਾਂ ਮੱਖੀਆਂ ਤੇ ਜਿਹੜਾ ਹਮਲਾ ਕਰਦੇ ਆ ਦੁਸ਼ਮਣ ਹੈ ਜਾਂ ਜਿਹੜੀਆਂ ਜਿਵੇਂ ਕੀੜੇ ਹੈਗੇ ਆ ਹੋਰ ਜਿਹੜੇ ਇਹਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ, ਉਹਨਾਂ ਬਾਰੇ ਵੀ ਸਾਰੀ ਜਾਣਕਾਰੀ ਜਿਹੜੀ ਅਸੀਂ ਵਿਸਥਾਰ ਸਹਿਤ ਦੇ ਵਿੱਚ ਦਿੰਦੇ ਆ। ਔਰ ਪ੍ਰੈਕਟੀਕਲ ਦੇ ਵਿੱਚ ਵੀ ਅਸੀਂ ਜਿਹੜਾ ਹੈ ਕਿਵੇਂ ਕੁਟੁੰਬਾਂ ਨੂੰ ਹੈਂਡਲ ਕਰਨਾ ਹੈ, ਕਿਵੇਂ ਖੋਲ੍ਹਣਾ ਹੈ, ਕਿਵੇਂ ਅਲੱਗ-ਅਲੱਗ ਜਾਤਾਂ ਦੀ ਪਛਾਣ ਕਰਨੀ ਹੈ ਔਰ ਅਲੱਗ-ਅਲੱਗ ਉਪਰਾਲੇ ਜਿਵੇਂ ਹੈ ਵੀ ਸਵਾਰਮ ਸੈੱਲ ਦੀ ਪਛਾਣ ਕਿਵੇਂ ਕਰਨੀ ਹੈ, ਕਿਵੇਂ ਸਵਾਰਮਿੰਗ ਨੂੰ ਰੋਕਣਾ ਹੈ, ਕਿਵੇਂ ਲੁੱਟ ਖਸੁੱਟ ਨੂੰ ਰੋਕਣਾ ਹੈ, ਇਹ ਸਾਰੀਆਂ ਚੀਜ਼ਾਂ ਅਸੀਂ ਥਿਊਰੀ ਦੇ ਨਾਲ ਪ੍ਰੈਕਟੀਕਲ ਦੇ ਵਿੱਚ ਵੀ ਹੱਥੀਂ ਕਰਵਾ ਕੇ ਜਿਹੜਾ ਹੈ ਇਹ ਸਾਰੇ ਜਿਹੜੇ ਸਿੱਖਿਆਰਥੀਆਂ ਨੂੰ ਸਿਖਾਉਂਦੇ ਆ, ਤਾਂ ਕਿ ਆਪਣੇ ਹੱਥੀਂ ਜਦੋਂ ਇਹ ਕੰਮ ਕਰ ਲੈਣ ਤਾਂ ਇਹਦੇ ਵਿੱਚ ਇਹਨਾਂ ਨੂੰ ਜਿਹੜੇ ਹੈ ਪਰਪੱਕ ਹੋ ਸਕਣ ਔਰ ਆਪਣਾ ਧੰਦਾ ਸਟਾਰਟ ਕਰਨ ਦੇ ਵਿੱਚ ਇਹਨਾਂ ਨੂੰ ਕੋਈ ਸਮੱਸਿਆ ਨਾ ਆਵੇ। ਕੋਈ ਸਰਟੀਫਿਕੇਸ਼ਨ ਵੀ ਇਹਨਾਂ ਦੀ ਹੁੰਦੀ ਹੈ? ਜੀ ਬਿਲਕੁਲ, ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ 5 ਦਿਨਾਂ ਦੀ ਟ੍ਰੇਨਿੰਗ ਦਾ ਇੱਕ ਸਰਟੀਫਿਕੇਟ ਇਹਨਾਂ ਨੂੰ ਦਿੰਦੇ ਆ ਔਰ ਉਹ ਸਰਟੀਫਿਕੇਟ ਜਦੋਂ ਇਹਨਾਂ ਨੇ ਆਪਣੀ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਤਹਿਤ ਜਿਹੜੀ ਸਬਸਿਡੀ ਮਿਲਦੀ ਆ ਉਹ ਲੈਣ ਵਾਸਤੇ ਉਹ ਸਰਟੀਫਿਕੇਟ ਕੰਮ ਆਉਂਦਾ, ਤੇ ਜਾਂ ਫਿਰ ਜਦੋਂ ਬੈਂਕ ਤੋਂ ਲੋਨ ਲੈਣਾ ਇਹਨਾਂ ਨੇ ਕੋਈ ਆਪਣਾ ਵੱਡਾ ਉਪਰਾਲਾ ਸ਼ੁਰੂ ਕਰਨ ਵਾਸਤੇ, ਉਦੋਂ ਇਹ ਸਰਟੀਫਿਕੇਟ ਇਹਨਾਂ ਦੇ ਜਿਹੜਾ ਹੈ ਬਹੁਤ ਕੰਮ ਆਉਂਦਾ ਹੈ। ਜੀ ਕਿਸਾਨ ਦੋਸਤੋ, ਹੁਣ ਅਸੀਂ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰੈਕਟੀਕਲ ਦੇ ਵਿੱਚ ਕਿਸ ਤਰ੍ਹਾਂ ਸਿਖਾਇਆ ਜਾਂਦਾ ਹੈ ਮਧੂਮੱਖੀਆਂ ਦੇ ਹੋਰ ਕੀ ਨੁਕਤੇ ਨੇ, ਕੀ ਬਾਰੀਕੀਆਂ ਨੇ। ਡਾਕਟਰ ਸਾਹਿਬ, ਹੁਣ ਤੁਹਾਡੇ ਨਾਲ ਚੱਲਾਂਗੇ ਪ੍ਰੈਕਟੀਕਲ ਦੇਖਣ ਦੇ ਵਾਸਤੇ। ਜੀ ਬਿਲਕੁਲ, ਆਓ। ਦੇਖੋ ਆ ਸੀਲ ਕੀਤਾ ਹੋਇਆ ਡਰੋਨ ਦੇ ਹੈਗੇ ਵਿੱਚ।
ਕਿਸਾਨ ਦੋਸਤੋ, ਇਹ ਸੀ ਅੱਜ ਦਾ ਕਿਸਾਨ ਪ੍ਰੋਗਰਾਮ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਪਟਿਆਲਾ ਤੋਂ ਸ਼ਾਇਦ ਉਤਪਾਦਨ ਸੰਬੰਧੀ ਟ੍ਰੇਨਿੰਗ ਦੇ ਬਾਰੇ। ਤੁਸੀਂ ਜੁੜੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਆਕਾਸ਼ਵਾਣੀ ਇਹਨਾਂ ਪਟਿਆਲਾ। ਦੇ ਟੋਪੀਆਂ ਜਿਹੜੀਆਂ ਉੱਠਵੀਆਂ ਨੇ ਇਹ ਨਖੱਟੂ ਦੇ ਨੇ ਜੀ।